हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਅਗਲਾ ਨਵਾਂ ਟੌਪਿਕ ਜਿਹੜਾ ਸਟਾਰਟ ਕਰਨ ਜਾ ਰਹੇ ਹਾਂ, ਟੌਪਿਕ 3। ਟੌਪਿਕ ਦਾ ਨਾਮ ਹੈ ਜੀ ਰਿਗਵੈਦਿਕ ਅਤੇ ਉੱਤਰ ਵੈਦਿਕ ਸੱਭਿਅਤਾ। ਸੋ ਇਸ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ 2 ਟੌਪਿਕ ਹੈ ਜਿਹੜੇ ਇਸ ਤੋਂ ਪਹਿਲਾਂ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਹੈ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਜਿਨ੍ਹਾਂ ਨੇ ਹਾਲੇ ਤੱਕ ਰੀਡ ਨਹੀਂ ਕੀਤੇ ਤਾਂ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਉੱਤਰ। ਤਾਂ ਪਹਿਲਾ ਪ੍ਰਸ਼ਨ ਹੈ, ਆਰੀਆ ਸੱਭਿਅਤਾ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਸਿੰਧੂ ਘਾਟੀ ਸੱਭਿਅਤਾ, ਵੈਦਿਕ ਸੱਭਿਅਤਾ, ਮਿਸਰ ਦੀ ਸੱਭਿਅਤਾ ਜਾਂ ਫਿਰ ਉਪਰੋਕਤ ਸਾਰਿਆਂ ਨਾਲ। ਤਾਂ ਜਿਹੜੀ ਆਰੀਆ ਦੀ ਸੱਭਿਅਤਾ ਸੀ ਜਾਂ ਆਰੀਆ ਸੱਭਿਅਤਾ ਹੈ ਤਾਂ ਇਸ ਨੂੰ ਹੋਰ ਦੂਸਰੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਉਹ ਵੈਦਿਕ ਸੱਭਿਅਤਾ ਹੈ। ਆਰੀਆ ਸੱਭਿਅਤਾ ਨੂੰ ਵੈਦਿਕ ਸੱਭਿਅਤਾ ਵੀ ਕਿਹਾ ਜਾਂਦਾ ਹੈ। ਅਕਸਰ ਐਗਜ਼ਾਮ ਦੇ ਵਿੱਚ ਹੋ ਸਕਦਾ ਇਹ ਆਪਸ਼ਨ ਤੁਹਾਨੂੰ ਪਾ ਦਿੱਤੀ ਜਾਵੇ, ਕੁਐਸਚਨ ਉਲਟਾ ਕੇ ਪਾ ਦਿੱਤਾ ਜਾਵੇ ਕਿ ਵੈਦਿਕ ਸੱਭਿਅਤਾ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਜਾਂ ਵੈਦਿਕ ਸੱਭਿਅਤਾ ਨਾਲ ਸੰਬੰਧ ਜਿਹੜਾ ਕੁਐਸਚਨ ਬਣਦਾ ਤੁਹਾਨੂੰ ਉਹ ਪਾ ਦਿੱਤਾ ਜਾਵੇ। ਤਾਂ ਅਕਸਰ ਆਪਾਂ ਆਰੀਆ ਸੱਭਿਅਤਾ ਪੜ੍ਹਦੇ ਹਾਂ। ਤਾਂ ਆਰੀਆ ਅਤੇ ਵੈਦਿਕ ਸੋ ਇੱਕੋ ਨਾਮ ਨੇ। ਆਰੀਆ ਸੱਭਿਅਤਾ ਨੂੰ ਵੈਦਿਕ ਸੱਭਿਅਤਾ ਜਿਹੜਾ ਉਹ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਮਹਾਰਿਸ਼ੀ ਸੁਆਮੀ ਦਇਆਨੰਦ ਸਰਸਵਤੀ ਨੇ ਆਪਣੀ ਪੁਸਤਕ ਸਥਿਆਰਥ ਪ੍ਰਕਾਸ਼ ਵਿੱਚ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਿਆ ਸੀਗਾ? ਉੱਤਰੀ ਧਰੁਵ, ਸਪਤ ਸਿੰਧੂ, ਤਿੱਬਤ ਜਾਂ ਫਿਰ ਮੱਧ ਏਸ਼ੀਆ। ਤਾਂ ਇਹ ਸਥਾਨ ਦੱਸਿਆ ਸੀਗਾ ਜੀ ਤਿੱਬਤ। ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਸੋ ਇਹਦੇ ਵਿੱਚ ਇੱਕ ਕੁਐਸਚਨ ਹੋਰ ਬਣਦਾ ਹੈ, ਸਥਿਆਰਥ ਪ੍ਰਕਾਸ਼ ਇਹ ਪੁਸਤਕ ਹੈ ਜਿਹੜੀ ਕਿਸ ਦੀ ਹੈ? ਤਾਂ ਇਹ ਹੈ ਜੀ ਸੁਆਮੀ ਦਇਆਨੰਦ ਸਰਸਵਤੀ। ਹੋ ਸਕਦਾ ਇਸ ਪੁਸਤਕ 'ਤੇ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਵੇ ਅਤੇ ਸਥਾਨ ਬਾਰੇ ਪੁੱਛ ਲਿਆ ਗਿਆ ਤਾਂ ਸਥਾਨ ਹੈ ਜਿਹੜਾ ਤਿੱਬਤ ਆਏਗਾ। ਆਪਸ਼ਨ ਡੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਜਰਮਨੀ ਦੇ ਮਹਾਨ ਵਿਦਵਾਨ ਮੈਕਸ ਮੂਲਰ ਨੇ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਿਆ? ਉੱਤਰੀ ਧਰੁਵ, ਸਪਤ ਸਿੰਧੂ, ਤਿੱਬਤ ਜਾਂ ਮੱਧ ਏਸ਼ੀਆ। ਸੋ ਤਿੱਬਤ ਆਪਾਂ ਪਹਿਲਾਂ ਕਰ ਚੁੱਕੇ ਹਾਂ। ਸੋ ਇਹ ਸੁਆਮੀ ਦਇਆਨੰਦ ਸਰਸਵਤੀ ਨੇ ਆਰੀਆ ਦਾ ਮੂਲ ਨਿਵਾਸ ਸਥਾਨ ਹੈ ਜਿਹੜਾ ਤਿੱਬਤ ਦੱਸਿਆ ਹੈ। ਤਾਂ ਇਹ ਤਾਂ ਜਿਹੜੀ ਆਪਸ਼ਨ ਇਹਦੀ ਨਹੀਂ ਆਏਗੀ। ਤਾਂ ਮੈਕਸ ਮੂਲਰ ਜੋ ਜਰਮਨੀ ਦੇ ਵਿਦਵਾਨ ਹੋਏ ਨੇ, ਸੋ ਇੱਥੇ ਵੀ 2 ਕੁਐਸਚਨ ਬਣ ਜਾਂਦੇ ਆ। ਮੈਕਸ ਮੂਲਰ ਕੌਣ ਹੈ? ਤਾਂ ਜਰਮਨੀ ਦੇ ਜਿਹੜੇ ਮਹਾਨ ਵਿਦਵਾਨ ਨੇ ਅਤੇ ਇਹਨਾਂ ਨੇ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਿਆ? ਉਹ ਦੱਸਿਆ ਜੀ ਮੱਧ ਏਸ਼ੀਆ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਪਤ ਸਿੰਧੂ ਨੂੰ ਆਰੀਆ ਦਾ ਮੂਲ ਨਿਵਾਸ ਸਥਾਨ ਦੱਸਣ ਵਾਲੇ ਮਹਾਨ ਵਿਦਵਾਨ ਦਾ ਨਾਮ ਦੱਸੋ? ਬਾਲ ਗੰਗਾਧਰ ਤਿਲਕ, ਸੁਆਮੀ ਦਇਆਨੰਦ ਸਰਸਵਤੀ, ਡਾਕਟਰ ਅਵਿਨਾਸ਼ ਚੰਦਰ ਦਾਸ ਜਾਂ ਡਾਕਟਰ P ਗਾਇਲਜ਼। ਤਾਂ ਸਪਤ ਸਿੰਧੂ ਨੂੰ ਆਰੀਆ ਦਾ ਮੂਲ ਨਿਵਾਸ ਸਥਾਨ ਦੱਸਣ ਵਾਲੇ ਜੋ ਵਿਦਵਾਨ ਸੀ ਉਹ ਸੀਗੇ ਡਾਕਟਰ ਅਵਿਨਾਸ਼ ਚੰਦਰ ਦਾਸ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਕਮੈਂਟ ਜ਼ਰੂਰ ਕਰਦੇ ਜਾਇਓ, ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਤਾਂ ਅਗਲਾ ਪ੍ਰਸ਼ਨ ਹੈ, ਬਾਲ ਗੰਗਾਧਰ ਤਿਲਕ ਨੇ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਿਆ? ਉੱਤਰੀ ਧਰੁਵ, ਸਪਤ ਸਿੰਧੂ, ਤਿੱਬਤ ਜਾਂ ਫਿਰ ਮੱਧ ਏਸ਼ੀਆ। ਸੋ ਤਿੱਬਤ ਅਤੇ ਮੱਧ ਏਸ਼ੀਆ ਤਾਂ ਆਪਾਂ ਪੜ੍ਹ ਹੀ ਚੁੱਕੇ ਹਾਂ। ਸਪਤ ਸਿੰਧੂ ਆਪਾਂ ਹੁਣੇ ਉੱਪਰ ਕਰਕੇ ਆਏ ਹਾਂ। ਤਾਂ ਜਿਹੜਾ ਆਨਸਰ ਬਚ ਗਿਆ ਉਹ ਆਏਗਾ ਉੱਤਰੀ ਧਰੁਵ। ਸੋ ਆਰੀਆ ਦਾ ਮੂਲ ਨਿਵਾਸ ਸਥਾਨ ਹੈ ਬਾਲ ਗੰਗਾਧਰ ਤਿਲਕ ਨੇ ਉੱਤਰੀ ਧਰੁਵ ਹੈ ਜਿਹੜਾ ਦੱਸਿਆ। ਸੋ ਕਿਸੇ ਵੀ ਵਿਦਵਾਨ 'ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਹੋ ਸਕਦਾ ਮੈਕਸ ਮੂਲਰ ਪੁੱਛ ਲਿਆ ਜਾਵੇ, ਹੋ ਸਕਦਾ ਸੁਆਮੀ ਦਇਆਨੰਦ ਸਰਸਵਤੀ ਦਾ ਪੁੱਛ ਲਿਆ ਜਾਵੇ, ਹੋ ਸਕਦਾ ਅਵਿਨਾਸ਼ ਚੰਦਰ ਦਾਸ ਦਾ ਪੁੱਛ ਲਿਆ ਜਾਵੇ। ਤਾਂ ਕੋਈ ਵੀ ਇਹਨਾਂ 'ਚੋਂ ਇੱਕ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਬੋਗਸਕੋਈ ਸ਼ਿਲਾਲੇਖ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਕਿਸ ਦੇ ਵਿਚਾਰ ਦੀ ਪੁਸ਼ਟੀ ਕਰਦਾ ਹੈ? ਪ੍ਰੋਫੈਸਰ ਮੈਕਸ ਮੂਲਰ ਦੇ ਵਿਚਾਰ ਦੀ, ਪ੍ਰੋਫੈਸਰ ਅਵਿਨਾਸ਼ ਚੰਦਰ ਦਾਸ ਦਾ ਵਿਚਾਰ, ਜਾਂ ਬਾਲ ਗੰਗਾਧਰ ਤਿਲਕ ਦਾ ਵਿਚਾਰ, ਜਾਂ ਫਿਰ ਸੁਆਮੀ ਦਇਆਨੰਦ ਸਰਸਵਤੀ। ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਊੜਾ, ਪ੍ਰੋਫੈਸਰ ਮੈਕਸ ਮੂਲਰ ਦਾ ਵਿਚਾਰ। ਜੋ ਬੋਗਸਕੋਈ ਸ਼ਿਲਾਲੇਖ ਹੈ, ਸ਼ਿਲਾਲੇਖ ਦਾ ਨਾਮ ਹੈ ਇਹ ਬੋਗਸਕੋਈ। ਤਾਂ ਇਹ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਹੈ ਜਿਹੜਾ
ਪ੍ਰੋਫੈਸਰ ਮੈਕਸ ਮੂਲਰ ਦਾ ਜੋ ਵਿਚਾਰ ਹੈ ਇਸ ਦੀ ਪੁਸ਼ਟੀ ਹੈ ਜਿਹੜੀ ਕਰਦਾ ਹੈ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ। ਸੋ ਆ ਗਿਆ ਜੀ ਅੱਗੇ ਸਾਰਨੀ ਆਈ ਹੈ, ਇੱਕ ਸਾਈਡ ਵਿਦਵਾਨ ਨੇ, ਇੱਕ ਸਾਈਡ ਸਥਾਨ ਨੇ। ਆਰੀਆ ਦੇ ਮੂਲ ਨਿਵਾਸ ਸਥਾਨ ਦਾ ਸਹੀ ਜਿਹੜਾ ਮਿਲਾਨ ਹੈ ਉਹ ਕਰਨਾ ਹੈ। ਸੋ ਇਸ ਤਰ੍ਹਾਂ ਸਾਰਨੀ ਆ ਸਕਦੀ ਹੈ, ਇਹਦੇ ਵਿੱਚ ਸਾਰੀ ਆ ਗਈ। ਸੋ ਇਕੱਲੇ ਇਕੱਲੇ ਕੁਐਸਚਨ ਕਰਕੇ ਆਏ ਹਾਂ, ਹੁਣ ਇੱਕ ਸਾਰਨੀ ਦੇ ਰੂਪ ਵਿੱਚ ਆ ਗਏ, ਹੁਣੇ ਕਰਕੇ ਆਏ, ਤੁਹਾਨੂੰ ਆਸਾਨੀ ਹੋਏਗੀ। ਸੋ ਪ੍ਰੋਫੈਸਰ ਮੈਕਸ ਮੂਲਰ ਨੇ ਕਿਹੜਾ ਸਥਾਨ ਦੱਸਿਆ ਸੀਗਾ ਆਰੀਆ ਦਾ ਮੂਲ ਨਿਵਾਸ ਸਥਾਨ? ਤਾਂ ਉਹ ਆਏਗਾ ਜੀ ਮੱਧ ਏਸ਼ੀਆ। ਲੋਕਮਾਨਿਆ ਤਿਲਕ ਬਾਲ ਗੰਗਾਧਰ ਤਿਲਕ ਨੇ ਤਾਂ ਉਹ ਦੱਸਿਆ ਸੀਗਾ ਜੀ ਉੱਤਰੀ ਧਰੂਵ। ਸਵਾਮੀ ਦਇਆਨੰਦ ਸਰਸਵਤੀ ਨੇ ਇਹ ਦੱਸਿਆ ਸੀਗਾ ਜੀ ਤਿੱਬਤ। ਅਵਿਨਾਸ਼ ਚੰਦਰ ਦਾਸ ਨੇ ਇਹਨਾਂ ਨੇ ਦੱਸਿਆ ਸੀਗਾ ਜੀ ਸਪਤ ਸਿੰਧੂ। ਸੋ ਇਹਨਾਂ ਨੇ ਅਲੱਗ-ਅਲੱਗ ਜੋ ਵਿਦਵਾਨ ਹੋਏ ਨੇ ਆਰੀਆ ਦਾ ਮੂਲ ਨਿਵਾਸ ਸਥਾਨ ਹੈ ਜਿਹੜਾ ਦੱਸਿਆ ਗਾ। ਸੋ ਸਾਰਨੀ ਦੇ ਨੀਚੇ ਹਿਸਾਬ ਨਾਲ ਆਪਸ਼ਨ ਊੜਾ ਜਿਹੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਪ੍ਰਸਿੱਧ ਬੰਗਾਲੀ ਵਿਦਵਾਨ ਡਾਕਟਰ ਅਵਿਨਾਸ਼ ਚੰਦਰ ਦਾਸ ਦੀ ਪੁਸਤਕ ਦਾ ਕੀ ਨਾਮ ਹੈ? ਸਥਿਆਰਥ ਪ੍ਰਕਾਸ਼, ਰਿਗਵੈਦਿਕ ਇੰਡੀਆ, ਆਰਕਟਿਕ ਹੋਮ ਆਫ ਦੀ ਆਰੀਅਨਜ਼ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਨਾਂ ਦੀ ਪੁਸਤਕ ਦਾ ਜਿਹੜਾ ਨਾਮ ਹੈ ਉਹ ਰਿਗਵੈਦਿਕ ਇੰਡੀਆ, ਆਪਸ਼ਨ ਆੜਾ। ਜੋ ਬੰਗਾਲੀ ਪ੍ਰਸਿੱਧ ਬੰਗਾਲੀ ਵਿਦਵਾਨ ਹੋਏ ਨੇ ਡਾਕਟਰ ਅਵਿਨਾਸ਼ ਚੰਦਰ, ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਡਾਕਟਰ ਅਵਿਨਾਸ਼ ਚੰਦਰ ਕੌਣ ਨੇ? ਤਾਂ 4 ਆਪਸ਼ਨਾਂ ਦੇ ਵਿੱਚ ਇੱਕ ਆਪਸ਼ਨ ਤੁਹਾਨੂੰ ਆ ਜਾਏਗੀ ਵਿਦਵਾਨ ਦੀ। ਤਾਂ ਇੱਕ ਪ੍ਰਸਿੱਧ ਬੰਗਾਲੀ ਵਿਦਵਾਨ ਹੋਏ ਨੇ, ਤਾਂ ਇਹਨਾਂ ਦੀ ਜਿਹੜੀ ਪੁਸਤਕ ਹੈ ਰਿਗਵੈਦਿਕ ਇੰਡੀਆ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਵੇਸਤਾ ਕਿਹਨਾਂ ਦਾ ਧਾਰਮਿਕ ਗ੍ਰੰਥ ਹੈ? ਅਵੇਸਤਾ ਜਿਹੜਾ ਇੱਕ ਗ੍ਰੰਥ ਦਾ ਨਾਮ ਹੈ, ਧਾਰਮਿਕ ਗ੍ਰੰਥ ਹੈ, ਇਹ ਕਿਹਨਾਂ ਦਾ ਹੈ? ਯੂਨਾਨੀ ਦਾ, ਈਰਾਨੀ ਦਾ, ਆਰੀਆ ਦਾ ਜਾਂ ਫਿਰ ਮਿਸਰ ਦਾ? ਤਾਂ ਇਹ ਗ੍ਰੰਥ ਹੈ ਜੀ ਈਰਾਨੀ ਦਾ। ਅਵੇਸਤਾ ਈਰਾਨੀ ਦਾ ਇੱਕ ਧਾਰਮਿਕ ਗ੍ਰੰਥ ਹੈ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਆਰੀਆ ਸ਼ਬਦ ਦਾ ਅਰਥ ਕੀ ਹੈ? ਸ੍ਰੇਸ਼ਟ, ਈਰਾਨੀ, ਆਰੀਆ ਜਾਂ ਫਿਰ ਮਿਸਰ? ਤਾਂ ਆਰੀਆ ਦਾ ਸ਼ਬਦੀ ਜਿਹੜਾ ਅਰਥ ਹੈ ਉਹ ਸ੍ਰੇਸ਼ਟ ਹੈ, ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਰੀਆ ਦੇ ਭਾਰਤ ਆਉਣ ਦਾ ਸਮਾਂ, ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ। 1500 ਈਸਵੀ ਤੋਂ 1000 ਈਸਵੀ ਪੂਰਬ, 2500 ਤੋਂ 500 ਈਸਵੀ ਪੂਰਬ, 2000 ਤੋਂ 1500 ਈਸਵੀ ਪੂਰਬ, 1000 ਤੋਂ 500 ਈਸਵੀ ਪੂਰਬ। ਤਾਂ ਆਰੀਆ ਦੇ ਭਾਰਤ ਆਉਣ ਦਾ ਜਿਹੜਾ ਸਮਾਂ ਹੈ ਉਹ 1500 ਤੋਂ ਲੈ ਕੇ ਈਸਵੀ ਪੂਰਬ ਤੋਂ ਲੈ ਕੇ 1000 ਈਸਵੀ ਪੂਰਬ ਹੈ, ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵੇਦ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ, ਇਸ ਦਾ ਸ਼ਾਬਦਿਕ ਅਰਥ ਕੀ ਹੈ? ਵੇਦ ਦਾ ਵਿਆਖਿਆ, ਗਿਆਨ, ਮੰਤਰ ਜਾਂ ਫਿਰ ਉਪਰੋਕਤ ਸਾਰੇ? ਤਾਂ ਇਹਦਾ ਸ਼ਬਦੀ ਅਰਥ ਹੈ ਜਿਹੜਾ ਉਹ ਗਿਆਨ ਹੈ। ਵੇਦ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਤੋਂ ਇਹ ਲਿਆ ਗਿਆ ਅਤੇ ਇਹਦਾ ਜਿਹੜਾ ਸ਼ਬਦੀ ਅਰਥ ਹੈ ਉਹ ਗਿਆਨ ਹੈ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅੱਗੇ 4 ਕਥਨ ਦਿੱਤੇ ਗਏ ਨੇ, ਕਿਹੜਾ ਕਥਨ ਹੈ ਜਿਹੜਾ ਰਿਗਵੇਦ ਦੇ ਬਾਰੇ ਗਲਤ ਹੈ? ਰਿਗਵੇਦ ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਇਹ ਬਿਲਕੁਲ ਸਹੀ ਹੈ। ਇਸ ਦੇ ਵਿੱਚ 10 ਮੰਡਲ ਅਤੇ 1028 ਸੂਕਤ ਅਤੇ 10580 ਮੰਤਰ ਨੇ, ਇਹ ਵੀ ਬਿਲਕੁਲ ਸਹੀ ਹੈ। ਪੁਰੋਹਿਤਾਂ ਰਾਹੀਂ ਇਕੱਤਰ ਕੀਤੇ ਗਏ ਮੰਤਰਾਂ ਦਾ ਇਹ ਸੰਗ੍ਰਹਿ ਹੈ, ਇਹ ਵੀ ਬਿਲਕੁਲ ਸਹੀ ਹੈ। ਇਹ ਇਤਿਹਾਸਕ ਅਤੇ ਵੀਰ ਰਸੀ ਕਵਿਤਾ ਹੈ, ਇਹ ਸਹੀ ਨਹੀਂ ਹੈ। ਇਹੀ ਕਥਨ ਹੈ ਜਿਹੜਾ ਰਿਗਵੇਦ ਦੇ ਬਾਰੇ ਗਲਤ ਹੈ। ਸੋ 10 ਮੰਡਲ ਸੂਕਤਾਂ ਬਾਰੇ, ਮੰਤਰਾਂ ਬਾਰੇ ਪਹਿਲਾਂ ਤੁਹਾਨੂੰ ਕੁਐਸਚਨ ਦੱਸਿਆ ਸੀਗਾ। ਸਭ ਤੋਂ ਪੁਰਾਣਾ ਗ੍ਰੰਥ ਹੈ, ਇਹ ਵੀ ਸਹੀ ਹੈ। ਪੁਰੋਹਿਤਾਂ ਰਾਹੀਂ ਇਕੱਤਰ ਕੀਤੇ ਗਏ ਮੰਤਰਾਂ ਦਾ ਇਹ ਸੰਗ੍ਰਹਿ ਹੈ, ਇਹ ਵੀ ਸਹੀ ਹੈ। ਤਾਂ ਆਪਸ਼ਨ ਸੱਸਾ ਕਥਨ ਜਿਹੜਾ ਗਲਤ ਹੈ, ਆਪਸ਼ਨ ਸੱਸਾ ਹੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਵੇਦ ਨੂੰ ਦੀ ਫਸਟ ਟੈਸਟਮੈਂਟ ਆਫ ਮੈਨਕਾਈਂਡ ਕਿਹਾ ਜਾਂਦਾ ਹੈ? ਰਿਗਵੇਦ, ਸਾਮਵੇਦ, ਯਜੁਰਵੇਦ ਜਾਂ ਅਥਰਵਵੇਦ ਨੂੰ? ਤਾਂ ਇਹ ਕਿਹਾ ਜਾਂਦਾ ਜੀ ਰਿਗਵੇਦ ਨੂੰ, ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਸ਼ਵ ਦਾ ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਹੈਗਾ? ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ
ਤਾਂ ਹੁਣੇ ਆਪਾਂ ਇੱਕ ਲਾਈਨ ਇੱਕ ਕਥਨ ਦੇ ਵਿੱਚ ਪੜ੍ਹ ਕੇ ਆਏ ਹਾਂ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਰਿਗਵੇਦ ਜੋ ਵਿਸ਼ਵ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ। ਦ ਓਲਡੈਸਟ ਟੈਕਸਟ ਇਨ ਦਾ ਵਰਲਡ। ਦਾ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਰਿਗਵੇਦ ਵਿੱਚ ਕਿਸ ਦਾ ਜ਼ਿਕਰ ਹੈ ਜਿਹੜਾ ਨਹੀਂ ਕੀਤਾ ਗਿਆ? ਨੀਚੇ ਫਸਲਾਂ ਨੇ ਕਣਕ, ਚਾਵਲ, ਜੌਂ ਜਾਂ ਉਪਰੋਕਤ ਸਾਰੇ। ਤਾਂ ਰਿਗਵੇਦ ਦੇ ਵਿੱਚ ਜਿਹੜਾ ਚਾਵਲ ਦਾ ਜ਼ਿਕਰ ਹੈ ਜਿਹੜਾ ਨਹੀਂ ਕੀਤਾ ਗਿਆ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਵੇਦਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ? ਜੋ ਵੇਦ ਨੇ ਉਪਨਿਸ਼ਦ, ਪੁਰਾਣ, ਵੇਦਾਂਗ ਜਾਂ ਫਿਰ ਸੰਹਿਤਾ। ਤਾਂ ਵੇਦਾਂ ਨੂੰ ਜਿਹੜਾ ਹੋਰ ਹੈ ਉਹ ਸੰਹਿਤਾ ਕਿਹਾ ਜਾਂਦਾ ਹੈ। ਆਪਸ਼ਨ ਸੱਸਾ ਰਾਈਟ ਆਨਸਰ ਬਣੇਗਾ। ਤਾਂ ਅੱਗੇ ਸਾਰਨੀ ਹੈ। ਤਾਂ ਇਕੱਲੇ ਕੁਐਸਚਨ ਆਪਾਂ ਪਹਿਲਾਂ ਵੀ ਪੜ੍ਹੇ ਸੀਗੇ, SST ਦੇ ਵਿੱਚ ਵੀ ਆ ਗਏ ਸੀਗੇ। ਤਾਂ ਬਿਲਕੁਲ ਸੌਖੇ ਆਨਸਰ ਇਹਦੇ ਵਿੱਚ ਦਿੱਤੇ ਗਏ ਨੇ। ਸੋ ਤੁਹਾਨੂੰ ਪੈਟਰਨ ਪਹਿਲਾਂ ਵੀ ਦੱਸਿਆ ਸੀ। ਅਗਰ ਤੁਹਾਨੂੰ ਇਹ ਸਾਰਨੀ ਦਾ ਪੈਟਰਨ ਸਮਝ ਨਹੀਂ ਆ ਰਿਹਾ, ਸਹੀ ਆਨਸਰ ਤੁਸੀਂ ਨਹੀਂ ਟਿਕ ਕਰ ਪਾ ਰਹੇ, ਤਾਂ ਇਹਦੇ ਵਿੱਚ ਕਿਹੜਾ ਮੈਥਡ ਹੁੰਦਾ ਹੈ? ਜ਼ਿਆਦਾਤਰ ਇਹਦੇ ਵਿੱਚ ਜਿਹੜਾ ਹੁੰਦਾ ਹੈ ਇਸ ਤਰ੍ਹਾਂ ਹੀ ਆਨਸਰ ਬਣ ਜਾਂਦੇ ਨੇ, ਬਿਲਕੁਲ ਸਾਹਮਣੇ ਦਾ, ਜਿਵੇਂ ਕਿ ਪਹਿਲੇ ਦਾ A ਨਾਲ, ਦੂਜੀ ਦਾ B ਨਾਲ, ਤੀਜੀ ਦਾ C ਨਾਲ, ਚੌਥੇ ਦਾ D ਨਾਲ। ਜਾਂ ਤਾਂ ਇਹ ਪੈਟਰਨ ਹੁੰਦਾ ਹੈ ਅਗਰ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ, ਜਾਂ ਇਹ ਪੈਟਰਨ ਹੁੰਦਾ ਹੈ ਪਹਿਲੇ ਦਾ ਜਿਹੜਾ B ਨਾਲ ਕਰ ਦਿੱਤਾ ਜਾਂਦਾ ਹੈ, ਦੂਜੇ ਦਾ C ਨਾਲ ਕਰ ਦਿੱਤਾ ਜਾਂਦਾ ਹੈ, ਤੀਜੇ ਦਾ D ਨਾਲ ਅਤੇ ਚੌਥੇ ਦਾ A ਨਾਲ। ਜਾਂ ਇਹਦੇ ਵਿੱਚ ਜ਼ਿਆਦਾਤਰ ਸਹੀ ਕੁਐਸਚਨ ਜਿਹੜੇ ਸਾਰਨੀ ਹੁੰਦੀਆਂ ਨੇ ਇਹ ਬਣਦੀਆਂ ਨੇ। ਅਗਰ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ ਤਾਂ ਇਹਨਾਂ ਦੋਨੋਂ 'ਚੋਂ ਇੱਕ ਲਾਇਓ, ਜ਼ਿਆਦਾ ਚਾਂਸ ਹੋਣਗੇ ਕਿ ਤੁਹਾਡੀ ਸਾਰਨੀ ਜਿਹੜੀ ਸਹੀ ਹੋ ਜਾਏਗੀ। ਸੋ ਹੁਣ ਇਹਦੇ ਵਿੱਚ ਮਿਲਾਨ ਕਰਨੇ ਹੈ। 4 ਗ੍ਰੰਥਾਂ ਦੇ ਨਾਮ ਨੇ ਅਤੇ ਬਰਾਬਰ ਉਹਦੇ ਕਾਲਮ ਦਿੱਤੇ ਨੇ ਕਿ ਇਹਨਾਂ ਨਾਲ ਸੰਬੰਧਿਤ ਨੇ। ਕਿਹੜਾ ਸੰਗੀਤ ਦਾ ਸੋਮ ਹੈ, ਕਿਹੜਾ ਸਭ ਤੋਂ ਪੁਰਾਣਾ ਹੈ, ਕਿਹੜਾ ਜੱਗਾਂ ਨਾਲ ਸੰਬੰਧਿਤ ਹੈ, ਕਿਹੜਾ ਆਯੁਰਵੇਦ ਅਤੇ ਚਿਕਿਤਸਾ ਸੰਬੰਧੀ ਹੈ। ਤਾਂ ਇਹਦੇ ਵਿੱਚ ਜੋ ਤੁਹਾਨੂੰ ਸਭ ਤੋਂ ਪਹਿਲਾਂ ਪੈਟਰਨ ਦੱਸਿਆ ਸੀ ਉਹੀ ਲਾਗੂ ਹੋਇਆ ਹੈ। ਰਿਗਵੇਦ ਸਭ ਤੋਂ ਪੁਰਾਣੀ ਪੁਸਤਕ ਹੈ। ਸਾਮਵੇਦ ਭਾਰਤੀ ਸੰਗੀਤ ਦਾ ਸੋਮ ਹੈ। ਯਜੁਰਵੇਦ ਜੱਗਾਂ ਨਾਲ ਸੰਬੰਧਿਤ ਹੈ। ਇਹਦੀ ਟ੍ਰਿਕ ਯਾਦ ਰੱਖ ਲਿਓ, ਜਈਏ ਨਾਲ ਪੈਂਦਾ ਹੈ ਤਾਂ ਜੱਗਾਂ ਨਾਲ ਹੀ ਸੰਬੰਧਿਤ ਹੈ। ਅਥਰਵਵੇਦ ਆਯੁਰਵੇਦ ਅਤੇ ਚਿਕਿਤਸਾ ਨਾਲ ਸੰਬੰਧਿਤ ਹੈ। ਸੋ ਇਹਦੇ ਵਿੱਚ ਇਹ ਪੈਟਰਨ ਲਾਗੂ ਹੁੰਦਾ ਹੈ। ਤਾਂ ਇਹਦੇ ਸਾਰਨੀ ਦੇ ਹਿਸਾਬ ਨਾਲ ਊੜਾ ਜਿਹੜਾ ਆਪਣਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਰਿਗਵੇਦ ਵਿੱਚ ਆਰੀਆ ਦੇ ਕੁੱਲ ਕਿੰਨੇ ਦੇਵਤਿਆਂ ਦਾ ਜ਼ਿਕਰ ਹੈ? ਰਿਗਵੇਦ ਗ੍ਰੰਥ ਦੇ ਵਿੱਚ 25, 33, 40 ਜਾਂ ਫਿਰ 47। ਤਾਂ ਰਿਗਵੇਦ ਵਿੱਚ ਆਰੀਆ ਦੇ ਕੁੱਲ 33 ਦੇਵਤਿਆਂ ਦਾ ਜ਼ਿਕਰ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅੱਗੇ ਫਿਰ ਹੈ ਜਿਹੜਾ ਮਿਲਾਨ ਕਰਨਾ ਹੈ। ਇੱਕ ਸਾਈਡ ਜਿਹੜੇ ਦੇਵਤਿਆਂ ਦੇ ਨਾਮ ਦਿੱਤੇ ਗਏ ਹੋਏ ਨੇ। ਤਾਂ ਇਹਦੇ ਵਿੱਚ ਜਿਹੜਾ ਰੁਦਰ ਹੈ ਤਾਂ ਉਹ ਹਨੇਰੀ ਅਤੇ ਤੂਫਾਨ ਦਾ ਦੇਵਤਾ, ਪਹਿਲੇ ਤਾਂ B ਨਾਲ ਲੱਗ ਰਿਹਾ। ਊਸ਼ਾ ਸੂਰਜ ਦੀ ਪਤਨੀ। ਇੰਦਰ ਯੁੱਧ ਅਤੇ ਵਰਖਾ ਦਾ ਦੇਵਤਾ। ਵਰੁਣ ਆਕਾਸ਼ ਦੇਵਤਾ। ਸੋ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਭਗਵੰਤ ਮਾਨਸਾ ਆਏ ਸੀਗੇ ਅਨਾਜ ਮੰਡੀ ਦੇ ਵਿੱਚ, ਤਾਂ ਜਿਨ੍ਹਾਂ ਨੇ ਸਪੀਚ ਸੁਣੀ ਹੈ ਤਾਂ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਕਿ ਜਦੋਂ ਮੈਂ ਮਾਨਸਾ ਆਉਣਾ ਤਾਂ ਇੰਦਰ ਦੇਵਤਾ ਵੀ ਖੁਸ਼ ਹੁੰਦਾ। ਯਾਨੀ ਕਿ ਉਹਦੇ ਮੀਂਹ ਪੈ ਰਿਹਾ ਸੀ, ਕਣੀਆਂ ਡਿੱਗਣ ਲੱਗ ਗਈਆਂ ਸੀ। ਤਾਂ ਇੱਥੋਂ ਯਾਦ ਰੱਖ ਲਿਓ, ਇੰਦਰ ਦੇਵਤਾ ਜਿਹੜਾ ਵਰਖਾ ਦਾ ਦੇਵਤਾ ਹੈ। ਤਾਂ ਸਾਰਨੀ ਦੇ ਹਿਸਾਬ ਨਾਲ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਵੇਦ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਕਸਤਰੀ, ਪੇਟ ਤੋਂ ਵੈਸ ਅਤੇ ਪੈਰ ਤੋਂ ਸ਼ੂਦਰ ਪੈਦਾ ਹੋਏ? ਉਸ ਵੇਦ ਦਾ ਨਾਮ ਦੱਸਣਾ ਹੈ। ਰਿਗਵੇਦ, ਯਜੁਰਵੇਦ, ਸਾਮਵੇਦ ਜਾਂ ਫਿਰ ਅਥਰਵਵੇਦ। ਤਾਂ ਇਹ ਮਿਲਦਾ ਜੀ ਰਿਗਵੇਦ ਤੋਂ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਐਤਰੇਆ ਅਤੇ ਕੌਸ਼ਿਤਕੀ ਕੀ ਨੇ? ਵੇਦਾਂਗ ਨੇ, ਬ੍ਰਾਹਮਣ ਗ੍ਰੰਥ ਨੇ, ਉਪਨਿਸ਼ਦ ਨੇ ਜਾਂ ਫਿਰ ਸੂਤਰ ਗ੍ਰੰਥ ਨੇ? ਤਾਂ ਐਤਰੇਆ ਅਤੇ ਕੌਸ਼ਿਤਕੀ ਇਹ ਬ੍ਰਾਹਮਣ ਗ੍ਰੰਥ ਦੇ ਨਾਮ ਨੇ, ਬ੍ਰਾਹਮਣ ਗ੍ਰੰਥ ਨੇ। ਆਪਸ਼ਨ ਆੜਾ
ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਉਦਗਾਤਾ ਕੌਣ ਸਨ? ਸੈਨਾਨੀ ਸੀ, ਪੁਰੋਹਿਤ ਸੀ, ਨਿਆਂ ਅਧਿਕਾਰੀ ਸੀ ਜਾਂ ਸਾਮਵੇਦ ਦੇ ਮੰਤਰ ਗਾਉਣ ਵਾਲੇ ਸੀ? ਤਾਂ ਉਦਗਾਤਾ ਸੀ ਜਿਹੜੇ, ਉਹ ਸਾਮਵੇਦ ਦੇ ਮੰਤਰ ਗਾਉਣ ਵਾਲੇ ਸੀ। ਜੋ ਸਾਮਵੇਦ ਦੇ ਮੰਤਰ ਗਾਉਂਦੇ ਸੀ ਤਾਂ ਉਹਨਾਂ ਨੂੰ ਉਦਗਾਤਾ ਕਿਹਾ ਜਾਂਦਾ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਰਣਯਕ ਬਾਰੇ ਕਿਹੜਾ ਕਥਨ ਸਹੀ ਹੈ? ਇਹਨਾਂ ਦੀ ਗਿਣਤੀ 108 ਹੈ। ਇਹਨਾਂ ਦੀ ਰਚਨਾ ਰਿਸ਼ੀਆਂ ਨੇ ਜੰਗਲਾਂ ਦੇ ਵਿੱਚ ਕੀਤੀ। ਇਹ ਵਿਸ਼ਵ ਦੇ ਸਭ ਤੋਂ ਪੁਰਾਣੇ ਗ੍ਰੰਥ ਨੇ ਜਾਂ ਉਪਰੋਕਤ ਸਾਰੇ? ਤਾਂ ਇਹਦੇ ਵਿੱਚ ਜਿਹੜਾ ਕਥਨ ਸਹੀ ਹੈ ਆਰਣਯਕ ਬਾਰੇ, ਤਾਂ ਆਪਸ਼ਨ ਆੜਾ, ਇਹਨਾਂ ਦੀ ਜਿਹੜੀ ਰਚਨਾ ਹੈ ਉਹ ਰਿਸ਼ੀਆਂ ਨੇ ਜੰਗਲਾਂ ਦੇ ਵਿੱਚ ਕੀਤੀ, ਇਹ ਕਥਨ ਬਿਲਕੁਲ ਸਹੀ ਹੈ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ, ਇਹ ਅਗਲੇ ਟੌਪਿਕ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ ਸੀ। ਕੰਟੀਨਿਊ ਤੁਹਾਨੂੰ ਟੌਪਿਕ ਦੇ ਹਿਸਾਬ ਨਾਲ MCQ ਕੁਐਸਚਨ ਉੱਤਰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਬਾਕੀ ਇੰਸਟਾਗ੍ਰਾਮ ਪੇਜ ਅਤੇ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰਿਓ। ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ।